या अय्युहल्लज़ीना आमनू, ऐ ईमान वालियो, इन्ना मिन अज़वाजिकुम व औलादिकुम अदुव्वल लकुम फहज़रू अदुव्वल लकुम। या ईमान वालियो, तुहाडियां बीवियां ते तुहाडियां औलादां दे विचों कुछ तुहाडे दुश्मन आ ते फहज़रूहुम, ते इन्हां तो बचना वा। जिद्दां दुश्मन तो कहंदे ना बच के रहना, किते ਇਹ ना होवे कि तुसी इन्हां दी दुश्मनी दा शिकार हो जाओ। हुण ਇਹ है यानी दुनियावी रिश्ते ਜਿਹੜੇ ਆ ਨਾ, ਦੁਨੀਆ ਦੀਆਂ ਜਿਹੜੀਆਂ ਮੁਹੱਬਤਾਂ, ਤਬੀ ਮੁਹੱਬਤਾਂ ਜਿਹੜੀਆਂ ਤਬੀਅਤ ਦੇ ਵਿੱਚ ਅੱਲਾ ਨੇ ਕੁਦਰਤੀ ਤੌਰ ਤੇ ਔਲਾਦ ਦੀ ਤੇ ਬੀਵੀ ਦੀ, ਮਾਂ-ਬਾਪ ਦੀ, ਭੈਣਾਂ ਭਰਾਵਾਂ ਦੀ ਇੱਕ ਮੁਹੱਬਤ ਰੱਖੀ ਹੁੰਦੀ ਹੈ ਨਾ। ਉਹਦੇ ਸਭ ਤੋਂ ਜ਼ਿਆਦਾ ਔਲਾਦ ਦੀ ਮੁਹੱਬਤ ਹੁੰਦੀ ਹੈ, ਬੀਵੀ ਦੀ ਮੁਹੱਬਤ ਹੁੰਦੀ ਹੈ। ਬੀਵੀ ਦੀ ਵੀ ਬਾਅਦ ਚ ਹੁੰਦੀ ਹੈ, ਪਹਿਲਾਂ ਔਲਾਦ ਦੀ ਬਹੁਤ ਮੁਹੱਬਤ ਹੁੰਦੀ ਹੈ। ਬੀਵੀ ਨੂੰ ਤਾਂ ਤਲਾਕ ਦੇ ਦਿੰਦਾ ਪਰ ਔਲਾਦ ਕਹਿੰਦਾ ਲੈਣੀ ਆ। ਤੇ ਇਹ ਜਿਹੜੀਆਂ ਤਬੀ ਮੁਹੱਬਤਾਂ ਨਾ, ਇਹਨਾਂ ਦੇ ਬਾਰੇ ਚ ਇਤਦਾਲ ਔਰ ਇhtiyat ਇਖਤਿਆਰ ਕਰਨਾ, ਵਰਨਾ ਇਹ ਦੁਸ਼ਮਣ ਬਣ ਸਕਦੀਆਂ। ਉਹ ਦੁਸ਼ਮਣ ਨਹੀਂ ਜਿੱਦਾਂ ਅਸੀਂ ਕਹਿੰਦੇ ਇੰਡੀਆ ਪਾਕਿਸਤਾਨ ਦਾ ਦੁਸ਼ਮਣ, ਹੋਰ ਤਰ੍ਹਾਂ। ਯਾਨੀ ਉਹ ਇਹ ਹੈ ਕਿ ਤੁਸੀਂ ਇਹਨਾਂ ਦੀ ਮੁਹੱਬਤ ਦੇ ਵਿੱਚ ਆ ਕੇ ਕੋਈ ਅੱਲਾ ਦੀ ਨਾਫਰਮਾਨੀ ਕਰ ਲਓਗੇ, ਜਿਹੜਾ ਨਾ ਕੋਈ ਹੋਰ ਗਲਤ ਕੰਮ ਕਰ ਲਓਗੇ। ਠੀਕ ਹੈ, ਬਾਜ਼ ਔਕਾਤ ਔਲਾਦ ਨੂੰ ਪੜ੍ਹਾਉਣਾ ਵਾ, ਵਸਾਇਲ ਨਹੀਂ ਹੈਗੇ, ਬੰਦਾ ਗਲਤ ਕੰਮ ਕਰ ਰਿਹਾ, ਨਜਾਇਜ਼ ਕਾਰੋਬਾਰ ਕਰ ਰਿਹਾ, ਘੱਟ ਵੱਧ ਤੋਲਦਾ, ਕਿਹਦੇ ਵਾਸਤੇ ਤੋਲਦਾ? ਸਾਡੇ ਚੋਂ ਅਕਸਰ ਲੋਕ ਜਿਹੜੇ ਆ ਨਾ, ਉਹ ਆਪ ਘਰਾਂ ਵਾਲਿਆਂ ਵਾਸਤੇ ਹੀ ਕਰਦੇ ਆ ਵਾਧੇ ਘਾਟੇ। ਤੇ ਇਹ ਬਾਤ ਇਹ ਹੈ ਜੀ ਕਿ ਇਹ ਹੈ ਦੁਸ਼ਮਣੀ, ਇਹ ਮੁਹੱਬਤ ਨਹੀਂ ਹੋ ਗਈ, ਇਹ ਹੁਣ ਹੋ ਗਈ ਦੁਸ਼ਮਣੀ। ਇਹ ਸੂਰਾ ਮੁਨਾਫਿਕੂਨ ਦੀ ਆਇਤ ਨੰਬਰ 4 ਦੇ ਵਿੱਚ ਨਾ ਆਪਾਂ ਇਹੀ ਲਫ਼ਜ਼ ਪੜਿਆ। ਉੱਥੇ ਫਰਮਾਇਆ ਮੁਨਾਫਿਕਾਂ ਦੇ ਬਾਰੇ ਚ, ਹੁਮੁਲ ਅਦੂ ਫਹਜ਼रूहुम, ਇਹ ਦੁਸ਼ਮਣ ਆ, ਇਹ ਮੁਨਾਫਿਕ ਜਿਹੜੇ ਦੁਸ਼ਮਣ ਆ, ਇਹਨਾਂ ਤੋਂ ਬਚ ਕੇ ਰਹਿਣਾ। ਹੁਣ ਇੱਥੇ ਕੀ ਫਰਮਾਇਆ? ਇੱਥੇ ਫਰਮਾਇਆ ਬੀਵੀਆਂ ਤੇ ਔਲਾਦਾਂ ਵਾਸਤੇ ਕਿ ਅਦੁਵ്വਲ ਲਕੁਮ, ਇਹ ਵੀ ਤੁਹਾਡੇ ਦੁਸ਼ਮਣ ਆ, ਫਹਜ਼रूहुम, ਇਹਨਾਂ ਕੋਲ ਬਚਣਾ ਵਾ। ਇਹ ਹੁਣ ਮਤਲਬ ਇਹ ਹੈ ਕਿ ਇਹ ਬੀਵੀਆਂ ਔਲਾਦਾਂ ਵੀ ਹੈ ਦੁਸ਼ਮਣ, ਉਹ ਮੁਨਾਫਿਕ ਵੀ ਹੈ। ਯਾਨੀ ਮੈਂ ਅਸਲ 'ਚ ਸਮਝਾਉਣ ਦਾ ਮਤਲਬ ਇਹ ਸੀ ਕਿ ਜਿਸ ਤਰ੍ਹਾਂ ਉੱਥੇ ਕਿਹਾ ਮੁਨਾਫਿਕਾਂ ਤੋਂ ਬਚਣਾ ਹੈ, ਤੁਹਾਡੇ ਵਿੱਚ ਹੈ। ਕੋਈ ਇਹ ਨਹੀਂ ਕਿ ਮੁਨਾਫਿਕਾਂ ਦੇ ਨਾਲ ਕੋਈ ਜੰਗਾਂ ਹੋਣੀਆਂ ਸੀ ਜਾਂ ਨਾ ਹੋਈਆਂ ਹੀ ਆ ਇਸ ਤਰ੍ਹਾਂ ਜੰਗਾਂ। ਉਹ ਮੁਨਾਫਿਕ ਤੇ ਵਿੱਚ ਹੁੰਦੇ ਆ ਨਾ, ਉਹ ਤੇ ਨਾਲ ਹੀ ਸ਼ੁਮਾਰ ਹੁੰਦੇ ਆ। ਬਾਕੀ ਉਹਨਾਂ ਨੂੰ ਅੱਲਾ ਪੁੱਛੇਗਾ। ਬਾਕੀ ਜੇ ਇਸ ਦੁਨੀਆ ਦੇ ਉੱਤੇ ਦਾ ਉਹਨਾਂ ਹੱਦ ਤੋਂ ਤਜਾਵਜ਼ ਕੀਤਾ ਤੇ ਉਹਦਾ ਕੋਈ ਕਾਨੂੰਨ ਬਣਦਾ ਤੇ ਉਹਦੇ ਮੁਤਾਬਕ ਉਹਨਾਂ ਨੂੰ ਸਜ਼ਾ ਮਿਲ ਜਾਏਗੀ। ਬਾਕੀ ਵਿੱਚੇ ਟੁਰੇ ਫਿਰਨਗੇ ਜ਼ੋਫੇ ਈਮਾਨ ਵਾਲੇ ਵੀ ਤੇ ਮੁਨਾਫਿਕ ਵੀ ਈਮਾਨ ਵਾਲਿਆਂ ਦੇ। ਇਸੇ ਤਰ੍ਹਾਂ ਤੁਸੀਂ ਬੀਵੀਆਂ ਨੂੰ ਤਲਾਕਾਂ ਨਹੀਂ ਦੇਣੀਆਂ, ਛੱਡਣਾ ਨਹੀਂ, ਔਲਾਦਾਂ ਨੂੰ ਘਰੋਂ ਨਹੀਂ ਕੱਢਣਾ ਕਿ ਯਤੀਮਖਾਨਿਆਂ 'ਚ ਜਮ੍ਹਾਂ ਕਰਾ ਦਿਓ, ਪਰ ਤੁਸੀਂ ਮੁਹਤਾਤ ਰਹਿਣਾ ਵਾ ਆਪਣੀਆਂ ਔਲਾਦਾਂ ਤੋਂ, ਆਪਣੀਆਂ ਬੀਵੀਆਂ ਤੋਂ। ਇਹ ਗੱਲ ਜਿਹੜੀ ਹੈ ਨਾ, ਇਹ ਦੱਸੀ ਜਾ ਰਹੀ ਹੈ ਕਿ ਇਹ ਨਾ ਹੋਵੇ ਕਿ ਇਹਨਾਂ ਦੀ ਮੁਹੱਬਤ ਦੀ ਵਜ੍ਹਾ ਤੋਂ ਤੁਸੀਂ ਕੋਈ ਐਸਾ ਕੰਮ ਕਰੋ ਜਿਹੜਾ ਤੁਹਾਨੂੰ ਭੁਗਤਣਾ ਪਵੇ। ਕਿਆਮਤ ਦੇ ਦਿਨ ਅੱਲਾਹ ਤਾਲਾ ਦੇ ਸਾਹਮਣੇ ਤੁਹਾਨੂੰ ਭੁਗਤਣਾ ਪਵੇ ਤੇ ਫਿਰ ਤੁਹਾਨੂੰ ਯਾਦ ਆਵੇ ਕਿ ਜੋ ਉਹ ਤੇ ਮੈਂ ਤੇ ਬੀਵੀ ਵਾਸਤੇ ਕਰਦਾ ਰਿਹਾ, ਮੈਂ ਬੱਚਿਆਂ ਵਾਸਤੇ ਕਰਦਾ ਰਿਹਾ। ਔਰ ਅੱਛਾ, ਹੁਣ ਦੂਸਰੀ ਗੱਲ ਇਹ ਹੈ ਕਿ ਬਾਜ਼ ਔਕਾਤ ਬੰਦੇ ਵਿੱਚ ਉਹ ਕੁਰਾਨ ਪੜ੍ਹਦਾ, ਉਹਨੂੰ ਗੱਲ ਸਮਝ ਆ ਗਈ ਆ। ਹੁਣ ਇੱਧਰ ਬੀਵੀ ਨੇ ਕੋਈ ਗੱਲ ਕੀਤੀ ਹੈ, ਮਤਲਬ ਬੀਵੀ ਨੇ ਕੋਈ ਐਸੀ ਚੀਜ਼ ਮੰਗ ਲਈ ਹੈ ਜਿਹੜੀ ਬੰਦੇ ਕੋਲ ਵਸਾਇਲ ਨਹੀਂ ਹੈਗੇ, ਤੇ ਬੰਦਾ ਕਹਿੰਦਾ ਇਹ ਤਾਂ ਮੇਰੀ ਦੁਸ਼ਮਣ ਹੈ, ਇਹ ਤੇ ਮਤਲਬ ਇਹ ਹੈ ਕਿ ਚੀਜ਼ ਦਾ ਤਕਾਜ਼ਾ ਕਰਦੀ ਹੈ। ਇਹਨੂੰ ਇਹ ਨਹੀਂ ਪਤਾ, ਇਹ ਕਹਿੰਦੀ ਭਾਵੇਂ ਚੋਰੀ ਕਰਕੇ ਲਿਆ, ਭਾਵੇਂ ਠੱਗੀ ਮਾਰ ਕੇ ਲਿਆ, ਭਾਵੇਂ ਕਿਸੇ ਦੇ ਉੱਤੇ ਜ਼ੁਲਮ ਕਰਕੇ ਲਿਆ, ਕਿਸੇ ਨਾਲ ਕੁਛ ਵਾਧਾ ਘਾਟਾ ਕਰਕੇ ਲਿਆ, ਦੁਸ਼ਮਣੀ ਦਾ ਮੁਜ਼ਾਹਰਾ ਕਰਦੀ ਹੈ ਇਦਾਂ ਦੀਆਂ ਚੀਜ਼ਾਂ ਦਾ ਮੁਤਾਲਬਾ ਕਰਕੇ। ਇਸੇ ਤਰ੍ਹਾਂ ਬੱਚੇ ਹੁੰਦੇ ਆ, ਬਾਪ ਕੋਲ ਵਸਾਇਲ ਨਹੀਂ ਹੁੰਦੇ, ਬੱਚਾ ਕਹਿੰਦਾ ਮੈਨੂੰ ਮੋਟਰਸਾਈਕਲ ਲੈ ਦੇ, ਮੈਨੂੰ ਇਹ ਚੀਜ਼ ਲੈ ਦੇ, ਮੈਨੂੰ ਉਹ ਲੈ ਦੇ, ਮੈਂ ਇੱਧਰ ਸੈਰ ਤੇ ਜਾਣਾ, ਪੈਸੇ ਦੇ ਦੇ। ਹੁਣ ਅਗਰ ਤੇ ਉਹ ਆਮ ਵਾਲਿਦ ਹੈ ਤੇ ਉਹ ਤੇ ਹੋਰ ਗੱਲ ਆ, ਉਹ ਹੋ ਸਕਦਾ ਕੋਈ ਵਾਧਾ ਘਾਟਾ ਕਰਕੇ ਉਹਦੀ ਜ਼ਰੂਰਤ ਪੂਰੀ ਕਰਦਾ ਹੈ। ਅਗਰ ਉਹਨੇ ਕੁਰਾਨ ਪੜ੍ਹਿਆ, ਹੁਣ ਇਹ ਗੱਲ ਉਹਨੂੰ ਯਾਦ ਆ ਤੇ ਇਹ ਖਤਰਾ ਵਾ ਕਿ ਉਹ ਕਹੇਗਾ ਇਹ ਤਾਂ ਮੇਰਾ ਬੱਚਾ ਦੁਸ਼ਮਣ ਆ ਮੇਰਾ। ਹੁਣ ਉਹ ਬੱਚੇ ਨੂੰ ਫਿਰ ਉਹ ਉਸੇ ਦੁਸ਼ਮਣ ਦੀ ਨਜ਼ਰ ਨਾਲ ਵੇਖਣ ਲੱਗ ਪਏਗਾ, ਘਰੋਂ ਕੱਢ ਦੇਵੇ, ਕੋਈ ਹੋਰ ਵਾਧਾ ਘਾਟਾ ਕਰੇ। ਇਹ ਗੱਲ ਜਿਹੜੀ ਹੈ ਨਾ, ਇਹ ਦਰੁਸਤ ਨਹੀਂ ਹੈਗੀ। ਇਸ ਵਾਸਤੇ ਕਿ ਅੱਲਾਹ ਤਾਲਾ ਨੇ ਅੱਗੇ ਇਹ ਗੱਲ ਸਮਝਾਈ ਹੈ, ਇਹ ਤੁਹਾਡੇ ਉਹ ਦੁਸ਼ਮਣ ਨਹੀਂ ਜਿਹੜੇ ਹਿੰਦੁਸਤਾਨ ਵਾਲੇ ਆ, ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਹੋਰ ਰਵੱਈਏ ਨਾਲ ਪੇਸ਼ ਆਣਾ। ਜਿੱਦਾਂ ਮੁਨਾਫਿਕਾਂ ਦੇ ਨਾਲ ਵੀ ਨਰਮੀ ਦੇ ਨਾਲ ਹੀ ਪੇਸ਼ ਆਉਣਾ। ਮੈਂ ਵੈਸੇ ਮੁਨਾਫਿਕਾਂ ਦਾ ਕਹਿ ਦਿੱਤਾ, ਇਹ ਬੀਵੀ ਬੱਚੇ ਮੁਨਾਫਿਕ ਨਹੀਂ ਹੈਗੇ, ਇਹ ਸਿਰਫ ਮੈਂ ਵੈਸੇ ਦੱਸਿਆ ਵਾ ਕਿ ਉਹਨਾਂ ਨਾਲ ਵੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਕੋਈ ਜੰਗਾਂ ਨਹੀਂ ਲੜੀਆਂ ਤੇ ਆਪਦੇ ਬੀਵੀ ਬੱਚਿਆਂ ਨਾਲ ਵੀ ਦੁਸ਼ਮਣ ਸਮਝ ਕੇ ਜੰਗਾਂ ਨਹੀਂ ਲੜਨੀਆਂ। ਸਬਰ ਕਰਨਾ, ਬਰਦਾਸ਼ਤ ਕਰਨਾ, ਤਰਬੀਅਤ ਕਰਨੀ ਹੈ। ਔਰ ਮੈਂ ਅਕਸਰ ਕਹਿਣਾ ਹੁੰਦਾ, ਉਹ ਆਦਮੀ ਜਿਹਦੇ ਸਾਹਮਣੇ ਉਹਦੇ ਬੀਵੀ ਬੱਚੇ ਜਿਹੜੇ ਆ ਉਹ ਆਪਣੇ ਦਿਲ ਦੀ ਗੱਲ ਨਾ ਕਰ ਸਕਣ, ਡਰਦੇ ਰਹਿਣ,
ਉਹ ਅਸਲ 'ਚ ਆਦਮੀ ਦੇ ਵਿੱਚ, ਇਨਸਾਨ ਦੇ ਵਿੱਚ ਕੋਈ ਕਸਰ ਹੁੰਦੀ ਹੈ, ਠੀਕ ਹੈ ਨਾ। ਮਸਲਨ ਇਹ ਹੈ ਕਿ ਬੀਵੀ ਸੋਚਦੀ ਹੈ ਕਿ ਅੱਜ ਮੇਰਾ ਸ਼ੌਹਰ ਆਏਗਾ, ਕੰਮ ਤੋਂ ਆਏਗਾ, ਦੁਕਾਨ ਤੋਂ ਆਏਗਾ, ਕਿਸੇ ਜਗ੍ਹਾ ਤੇ ਗਿਆ ਆਏਗਾ ਤੇ ਮੈਂ ਇਹ ਗੱਲ ਕਹਿਣੀ ਹੈ। ਉਹਦਾ ਇੰਨਾ ਪ੍ਰੈਸ਼ਰ ਹੈ ਕਿ ਉਹ ਜਿਸ ਵੇਲੇ ਘਰ ਆਉਂਦਾ ਨਾ ਤਾਂ ਉਹ ਜ਼ਰੂਰਤ ਹੀ ਨਹੀਂ ਪੈਂਦੀ ਗੱਲ ਕਰਨ ਦੀ। ਬੱਚਾ ਸਾਰਾ ਦਿਨ ਸੋਚਦਾ ਰਹਿੰਦਾ ਵੀ ਅੱਬੂ ਦੇ ਨਾਲ ਆਹ ਗੱਲ ਕਰਨੀ ਹੈ, ਤੇ ਫਿਰ ਜਿਹੜਾ ਨਾ ਉਹ ਸ਼ਾਮ ਹੁੰਦੀ ਅੱਬੂ ਸਾਹਮਣੇ ਆਉਂਦਾ ਸ਼ੇਰ ਬਹਾਦਰ, ਤੇ ਉਹ ਫਿਰ ਉਹ ਗੱਲ ਨਹੀਂ ਕਰ ਸਕਦਾ। ਇਹ ਬੰਦਿਆਂ ਦੀਆਂ ਕਮੀਆਂ ਹੈ, ਔਲਾਦਾਂ ਦੀਆਂ ਕਮੀਆਂ ਨਹੀਂ। ਇਹ ਹੈ, ਇਹ ਗੱਲ ਸਮਝ ਲਓ ਕਿ ਜੇ ਤੁਹਾਡੀ ਔਲਾਦ ਤੁਹਾਡੇ ਸਾਹਮਣੇ ਆਪਣੀ ਦਿਲ ਦੀ ਗੱਲ ਨਹੀਂ ਕਰ ਸਕਦੀ, ਤੁਹਾਡੀ ਬੀਵੀ ਨਹੀਂ ਕਰ ਸਕਦੀ, ਤੇ ਤੁਹਾਡੇ ਵਿੱਚ ਕਮੀ ਹੈ, ਉਹਦਾ ਤੁਹਾਨੂੰ ਨੁਕਸਾਨ ਹੋਣਾ। ਉਹ ਨੁਕਸਾਨ ਕੀ ਹੋਣਾ ਕਿ ਮੁੜ ਕੇ ਉਹਨਾਂ ਨੇ ਤੁਹਾਡੇ ਸਾਹਮਣੇ ਗੱਲ ਹੀ ਨਹੀਂ ਕਰਨੀ, ਬੀਵੀ ਨੇ ਗੱਲ ਹੀ ਨਹੀਂ ਕਰਨੀ, ਡਰ ਕੇ ਰਹਿਣਾ। ਉਹਨੇ ਗੱਲ ਫਿਰ ਕਿੱਥੇ ਕਰਨੀ? ਆਪਦੇ ਮਾਪਿਆਂ ਦੇ ਜਾ ਕੇ ਕਰੇਗੀ, ਹਮਸਾਇਆਂ 'ਚ, ਆਪਣੀਆਂ ਸਹੇਲੀਆਂ 'ਚ ਬਹਿ ਕੇ ਤੈਨੂੰ ਮੰਦਾ ਚੰਗਾ ਬੋਲੇਗੀ ਹੈ। ਔਰ ਇਸੇ ਤਰੀਕੇ ਨਾਲ ਫਿਰ ਤੇਰੇ ਬੱਚੇ ਆਪਣੇ ਬੱਚਿਆਂ 'ਚ ਬਹਿ ਕੇ ਤੇ ਤੇਰੀਆਂ ਕਹਾਣੀਆਂ ਸੁਣਾਉਣਗੇ, ਸਾਡਾ ਪਿਓ ਇਦਾਂ ਦਾ, ਸਾਡਾ ਅੱਬਾ ਇਦਾਂ ਦਾ, ਠੀਕ ਹੈ ਨਾ। ਔਰ ਬਦਬਖਤ ਔਰ ਬਦਨਸੀਬ ਉਹ ਆਦਮੀ ਹੈ ਕਿ ਜਿਹੜਾ ਘਰ ਤੋਂ ਬਾਹਰ ਹੋਵੇ ਤੇ ਉਹਦੀ ਔਲਾਦ ਉਹਨੂੰ ਯਾਦ ਨਾ ਕਰਦੀ ਹੋਵੇ, ਉਹਦੇ ਆਉਣ ਦਾ ਇੰਤਜ਼ਾਰ ਨਾ ਕਰਦੀ ਹੋਵੇ, ਉਹਦੀ ਬੀਵੀ, ਉਹਦੀ ਔਲਾਦ ਇੰਤਜ਼ਾਰ ਨਾ ਕਰਦੀ ਹੋਵੇ। ਤੇ ਜੇ ਤੁਸੀਂ ਉਹਨੂੰ ਅੱਖਾਂ ਕੱਢ ਪੈਣਾ ਤੇ ਫਿਰ ਉਹਨੇ ਤੁਹਾਡਾ ਕਾਹਦਾ ਇੰਤਜ਼ਾਰ ਕਰਨਾ? ਤੇ ਔਲਾਦ ਨੇ ਵੀ ਕਹਿਣਾ ਕਿ ਚਲੋ ਘਰ ਬਾਹਰ ਹੀ ਰਵੇ, ਇਹ ਪੈਸੇ ਲਿਆ ਦਿਆ ਕਰੇ, ਸਾਡਾ ਕੋਈ ਖਰਚਾ ਪੂਰਾ ਹੋ ਜਾਇਆ ਕਰੇ, ਇਹ ਬਾਹਰ ਹੀ ਰਵੇ, ਕਿਸੇ ਬਾਹਰਲੇ ਮੁਲਕ ਹੀ ਚਲਾ ਜਾਏ ਭਾਵੇਂ। ਤੇ ਇਸ ਵਾਸਤੇ ਅਗਰ ਉਹ ਤੁਹਾਡੇ ਸਾਹਮਣੇ ਗੱਲ ਕਰਨਗੇ, ਤੁਹਾਨੂੰ ਉਹਨਾਂ ਦੀਆਂ ਕਮਜ਼ੋਰੀਆਂ ਦਾ ਪਤਾ ਲੱਗ ਜਾਏਗਾ। ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਮੇਰੇ ਬੱਚੇ ਇਦਾਂ ਸੋਚਦੇ ਆ ਤੇ ਮੈਂ ਇਹਨਾਂ ਨੂੰ ਇਸ ਤਰ੍ਹਾਂ ਗੱਲ ਸਮਝਾਵਾਂ, ਮੇਰੀ ਬੀਵੀ ਇਦਾਂ ਸੋਚਦੀ ਹੈ, ਮੈਂ ਇਹਨੂੰ ਪਿਆਰ ਨਾਲ, ਮੁਹੱਬਤ ਦੇ ਨਾਲ ਇਹ ਗੱਲ ਸਮਝਾਵਾਂ ਕਿ ਬਈ ਇਹ ਗੱਲ ਇਸ ਤਰ੍ਹਾਂ ਵਾ, ਆਪਣੇ ਵਸਾਇਲ ਥੋੜ੍ਹੇ ਆ, ਆਪਾਂ ਇਹਨੂੰ ਪੂਰਾ ਨਹੀਂ ਕਰ ਸਕਦੇ, ਕਿਸੇ ਦੀ ਚੋਰੀ ਕਰੀਏ, ਘਾਟਾ ਵਾਧਾ ਕਰੀਏ, ਮੈਂ ਕੰਮ ਦੇ ਵਿੱਚ ਕੋਈ ਮਿਲਾਵਟ ਕਰਾਂ ਤੇ ਕਿਆਮਤ ਦੇ ਵਿੱਚ ਫੜੇ ਜਾਵਾਂਗੇ, ਠੀਕ ਹੈ ਨਾ। ਤੇ ਫਿਰ ਤਾਂ ਤੁਸੀਂ ਉਹਦੀ ਤਰਬੀਅਤ ਕਰ ਲਓਗੇ। ਤੇ ਜੇ ਉਹਨੂੰ ਤੁਸੀਂ ਡਰਾ ਕੇ ਰੱਖਿਆ ਵੀ ਇਹਨੇ ਗੱਲ ਹੀ ਨਹੀਂ ਕਰਨੀ, ਤੇਰੀ ਜ਼ਰੂਰਤ ਨਹੀਂ ਹੈ ਵੀ ਮੇਰੇ ਸਾਹਮਣੇ ਜਿਹੜਾ ਨਾ ਉਹ ਕਦੀ ਜ਼ਿਕਰ ਕਰਨ ਦੀ, ਤੇ ਬਸ ਫਿਰ ਤੁਸੀਂ ਆਪਣੇ ਆਪ ਨਾਲ ਹੀ ਦੁਸ਼ਮਣੀ ਕੀਤੀ ਹੈ, ਉਹਦਾ ਕੁਝ ਨਹੀਂ ਵਿਗੜਿਆ। ਇਸ ਵਾਸਤੇ ਉਹਨਾਂ ਨੂੰ ਇਸ ਤਰ੍ਹਾਂ ਦੇ ਹਿਸਾਬ 'ਚ ਰਹਿਣਾ ਚਾਹੀਦਾ ਕਿ ਉਹ ਖੁੱਲ੍ਹ ਕੇ ਗੱਲ ਕਰ ਲੈਣ। ਹਾਂ, ਤੁਸੀਂ ਕੀ ਕਰਨਾ? ਫਰਮਾਇਆ ਵਾ ਇਨ ਤਾਫੂ व ਤਸਫਹੂ, ਅਗਰ ਤੁਸੀਂ ਮਾਫ ਕਰਦੇ ਰਹੋਗੇ, ਦਰਗੁਜ਼ਰ ਕਰੋਗੇ, ਵਤਗਫਿਰੂ, ਇਹ ਵੀ ਮਾਫ ਕਰਨ ਦੇ ਮਾਨੇ 'ਚ ਹੁੰਦਾ। ਇੱਕ ਇਹ ਹੁੰਦਾ ਕਿ ਤੁਸੀਂ ਜਿਹੜਾ ਨਾ ਉਹ ਦੇਖੀ ਅਣਦੇਖੀ ਕਰ ਦਿੱਤੀ, ਔਰ ਜਿਹੜਾ ਨਾ ਇਹ ਤੁਸੀਂ ਦੇਖੀ ਅਣਦੇਖੀ ਕਰਦੇ ਰਹੋਗੇ। ਫਇਨ ਅੱਲਾਹ ਗਫੂਰ ਰਹੀਮ, ਹਰ ਗੱਲ ਜਿਹੜੀ ਹੈ ਨਾ ਉਹ ਲਾਜ਼ਮੀ ਨਹੀਂ ਹੁੰਦੀ ਕਿ ਤੁਸੀਂ ਕਹੋ ਜੀ ਹਰ ਗੱਲ ਦੇ ਉੱਤੇ ਮੈਂ ਮਾੜੀ ਗੱਲ ਦੇ ਉੱਤੇ ਜਿਹੜੀ ਨਾ ਉਹ ਸਿੱਧਾ ਕਰਕੇ ਰੱਖ ਦੇਣਾ। ਨਹੀਂ, ਕਈ ਵਾਰੀ ਇਦਾਂ ਹੁੰਦਾ ਬੰਦਾ ਅਸੀਂ ਵੀ ਤੇ ਗਲਤੀਆਂ ਕਰਦੇ ਹੀ ਆ ਨਾ, ਤੇ ਹੁਣ ਸਾਨੂੰ ਕੌਣ ਸਿੱਧਾ ਕਰਦਾ? ਤੇ ਔਲਾਦ ਵੀ, ਬੀਵੀ ਵੀ ਕਿਸੇ ਵੇਲੇ ਉਹ ਕੋਈ ਇਦਾਂ ਦੀ ਗੱਲ ਕਰੇ ਤਾਂ ਜਿੱਦਾਂ ਕਹਿੰਦੇ ਨਾ ਦੇਖੀ ਅਣਦੇਖੀ, ਸੁਣੀ ਨਾ ਸੁਣੀ, ਜਿਹੜਾ ਨਾ ਉਹ ਇਦਾਂ ਵੀ ਕਰ ਦਈਦੀ ਆ। ਬੱਚੇ ਨੇ ਕੋਈ ਗਲਤੀ ਕੀਤੀ ਹੈ ਤੇ ਐਵੇਂ ਆਪ ਹੀ ਮੂੰਹ ਪਰੇ ਨੂੰ ਕਰ ਲਿਆ, ਠੀਕ ਹੈ ਨਾ, ਤੇ ਤਾਂ ਕਿ ਉਹ ਅੱਖਾਂ 'ਚ ਹਯਾ ਰਵੇ, ਉਹ ਬੱਚਾ ਵੀ ਇਹ ਸਮਝੇ ਕਿ ਜੀ ਅੱਬੇ ਨੂੰ ਚਲੋ ਸ਼ੁਕਰ ਹੈ, ਅੱਬੇ ਨੂੰ ਨਹੀਂ ਪਤਾ ਲੱਗਾ, ਇਹ ਗੱਲ ਹੈ। ਤੇ ਅੱਲਾ ਵੀ ਫਰਮਾਇਆ ਫਇਨ ਅੱਲਾਹ ਗਫੂਰ ਰਹੀਮ, ਅੱਲਾ ਵੀ ਤੁਹਾਡੀਆਂ ਕਿੰਨੀਆਂ ਗਲਤੀਆਂ ਮਾਫ ਕਰਦਾ, ਤੇ ਤੁਸੀਂ ਵੀ ਆਪਣੀ ਔਲਾਦ ਦੀਆਂ ਤੇ ਆਪਣੀ ਬੀਵੀ ਦੀਆਂ ਮਾਫ ਕਰ ਦਿਆ ਕਰੋ। ਤੇ ਮਤਲਬ ਇਹ ਹੈ ਵੀ ਦੇਖੋ, ਔਲਾਦ ਤੇ ਬੀਵੀ ਤੋਂ ਬਗੈਰ ਗੁਜ਼ਾਰਾ ਨਹੀਂ ਹੁੰਦਾ। ਲਿਹਾਜ਼ਾ ਜਿਹੜਾ ਨਾ ਉਹ ਇਹ ਘਰ ਤੇ ਵਸਾਉਣੇ ਆ, ਲੇਕਿਨ ਇਹਨਾਂ ਦੇ ਬਾਰੇ 'ਚ, ਔਲਾਦ ਦੇ ਬਾਰੇ 'ਚ ਮੁਹਤਾਤ ਵੀ ਰਹਿਣਾ ਕਿ ਕਿਤੇ ਇਹ ਨਾ ਹੋਵੇ ਕਿ ਔਲਾਦ ਦੀ ਵਜ੍ਹਾ ਤੋਂ, ਬੀਵੀ ਦੀ ਵਜ੍ਹਾ ਤੋਂ ਤੁਸੀਂ ਜਹੰਨਮ ਚਲੇ ਜਾਓ। ਔਰ ਘਰ ਦਾ ਨਿਜ਼ਾਮ ਠੀਕ ਕਰਨ ਵਾਸਤੇ ਇਹ ਤਿੰਨ ਚੀਜ਼ਾਂ ਜਿਹੜੀਆਂ, ਇਹਨਾਂ ਦਾ ਖਿਆਲ ਰੱਖੋ। ਦੇਖੀ ਅਣਦੇਖੀ ਕਰ ਦਿਓ, ਸਬਰ ਕਰੋ, ਮਾਫ ਕਰ ਦਿਓ, ਦਰਗੁਜ਼ਰ ਕਰੋ। ਫਾਇਨ ਅੱਲਾਹ ਗਫੂਰ ਰਹੀਮ, ਤੇ ਨਾਲ ਅੱਲਾ ਨੇ ਦੱਸ ਦਿੱਤਾ ਅੱਲਾ ਤੁਹਾਡੀਆਂ ਕਿੰਨੀਆਂ ਗੱਲਾਂ ਮਾਫ ਕਰਦਾ। ਅੱਲਾ ਕਿੰਨੀ ਵਾਰੀ ਤੁਹਾਡੇ ਤੇ ਮਿਹਰਬਾਨ ਹੁੰਦਾ ਦਿਹਾੜੀ ਦੇ ਵਿੱਚ, ਤੁਸੀਂ ਕਿੰਨੀ ਵਾਰੀ ਅੱਲਾ ਦੀਆਂ ਨਾਫਰਮਾਨੀ ਕਰਦੇ ਹੋ। ਤੇ ਆਪਦੇ ਬੱਚਿਆਂ ਦੇ ਸਾਹਮਣੇ ਬੀਵੀ ਦੀ ਗਲਤੀ ਜਿਹੜੀ ਹੈ ਤੁਹਾਡੇ ਕੋਲ ਨਹੀਂ ਮਾਫ ਹੁੰਦੀ, ਇਹ ਗੱਲ ਹੈ।